ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਸਭ ਪਰਿਵਾਰੇ ਮਾਹੇ ਸ੍ਰੇਸ਼ਟ, ਮਤੀ ਦੇਵੀ ਦੇਵਰ ਜੇਸ਼ਟ। ਸੋ ਇੱਥੇ ਇਸਤਰੀ ਦੀ ਉੱਚ ਸਿਆਣਪ ਵਰਣਨ ਕੀਤੀ ਹੈ ਗੁਰਬਾਣੀ ਦੇ ਅੰਦਰ ਕਿ ਸਾਰੇ ਪਰਿਵਾਰਾਂ 'ਚੋਂ ਸ੍ਰੇਸ਼ਟ ਮੰਨੀ ਜਾਂਦੀ, ਕਿਉਂਕਿ ਇਹ ਸਾਰੇ ਪਰਿਵਾਰ ਦੀ ਜਿੱਥੇ ਸੰਭਾਲ ਕਰਦੀ ਆ, ਉੱਥੇ ਦੇਰਾਂ ਅਤੇ ਆਪਣੇ ਜਿਹੜੇ ਜੇਠ ਆ ਉਹਨਾਂ ਨੂੰ ਵੀ ਮੱਤਾਂ ਦਿੰਦੀ, ਅਕਲ ਦਿੰਦੀ ਹੈ, ਸਿਆਣਪ ਦੀ ਗੱਲ ਦੱਸਦੀ ਆ। ਬੀਬੀਆਂ ਦਾ ਕੁਦਰਤੀ ਸੁਭਾਅ ਹੈ, ਇਸ ਕਰਕੇ ਗੁਰਬਾਣੀ ਅੰਦਰ ਜਿਹੜਾ ਉੱਚ ਦਰਜਾ ਦਿੱਤਾ ਗਿਆ ਹੈ, ਇਹਦੀ ਮਿਸਾਲ ਦੁਨੀਆ ਭਰ ਦੇ ਵਿੱਚ ਕਿਤੇ ਨਹੀਂ ਮਿਲਦੀ। ਗੁਰਬਾਣੀ ਨੇ ਆਖਿਆ, ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਨ। ਸੋ ਇਸੇ ਕਰਕੇ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਹੜੀ ਇਸਤਰੀ ਆ, ਇਹਨੂੰ ਦੇਵੀ ਦੀ ਉਪਾਧੀ ਦੇ ਨਾਲ ਵਡਿਆਇਆ ਜਾਂਦਾ ਹੈ, ਅਤੇ ਜਿਹੜੇ ਮਰਦ ਹੈ ਇਹਨਾਂ ਨੂੰ ਸੱਜਣ ਦੇ ਨਾਮ ਦੇ ਨਾਲ ਵਡਿਆਇਆ ਜਾਂਦਾ ਹੈਗਾ। ਪਰ ਹੁਣ ਗੱਲ ਇਹ ਹੈਗੀ ਆ ਕਿ ਜਿਵੇਂ ਅਜੋਕੇ ਸਮੇਂ ਦੇ ਵਿੱਚ ਥੋੜ੍ਹੀ ਜਿਹੀ ਆਪਾਂ ਨਜ਼ਰ ਮਾਰੀਏ, ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੀ ਇਸਤਰੀ ਹੈ ਨਾ, ਇਹਦਾ ਸ਼ੋਸ਼ਣ ਜ਼ਿਆਦਾ ਹੋ ਰਿਹਾ ਹੈਗਾ। ਇਸ ਕਰਕੇ ਇੱਥੇ ਇਸਤਰੀ ਜਾਤ ਬੀਬੀਆਂ ਨੂੰ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ। ਅਗਰ ਆਪਾਂ ਦੇਖਦੇ ਹਾਂ ਕਿ ਕਿਸੇ ਵੀ ਮਰਦ ਦੀ ਤਰੱਕੀ ਦੇ ਪਿੱਛੇ ਕਿਸੇ ਇਸਤਰੀ, ਕਿਸੇ ਬੀਬੀ ਦਾ ਹੱਥ ਹੁੰਦਾ ਹੈ, ਅਤੇ ਇਸਤਰੀ ਦੀ ਬਰਬਾਦੀ ਦੇ ਪਿੱਛੇ ਵੀ ਕਿਸੇ ਮਰਦ ਦਾ ਹੱਥ ਹੁੰਦਾ ਹੈਗਾ। ਇਹ ਗੱਲ ਪੱਕੇ ਤੌਰ 'ਤੇ ਯਕੀਨਨ ਹੈ। ਜਿਵੇਂ ਆਪਾਂ ਦੇਖਦੇ ਹਾਂ ਕਿ ਅੱਜ ਦੀਆਂ ਜਿਹੜੀਆਂ ਫਿਲਮਾਂ ਜਾਂ ਨਾਟਕ ਦਿਖਾਏ ਜਾਂਦੇ ਆ, ਉਹਦੇ ਵਿੱਚ ਇਹ ਚੀਜ਼ ਉਭਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੇ ਬੱਚੇ ਜਿਨ੍ਹਾਂ ਨੂੰ ਅਸੀਂ ਸਹੀ ਸੇਧ ਦੇਣੀ ਆ, ਜਿਹੜੇ ਇਸ ਭਾਰਤ ਵਰਸ਼ ਪੂਰੇ ਇਨਸਾਨੀਅਤ ਦੀ ਇੱਕ ਨੀਂਹ ਹੁੰਦੇ ਆ, ਜਿਨ੍ਹਾਂ ਨੂੰ ਇੱਕ ਐਸਾ ਜੀਵਨ ਦੇਣਾ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਗੁਣਾਂ ਦੀਆਂ ਬੁਲੰਦੀਆਂ ਨੂੰ ਛੂਹਣਾ ਹੈ, ਉੱਥੇ ਅਸੀਂ ਇਹੋ ਜਿਹੇ ਬੱਚਿਆਂ ਨੂੰ ਐਸੇ ਕਿਰਦਾਰ ਦੇ ਕੇ ਬਚਪਨ ਦੇ ਉਹਨਾਂ ਨੂੰ ਇੱਕ ਐਸੇ ਮੋਹ ਜਾਲ ਦੇ ਵਿੱਚ ਫਸਾ ਦਿੰਦੇ ਆ, ਜਿਹਦੇ ਵਿੱਚ ਕੇਵਲ ਅਤੇ ਕੇਵਲ ਸਿੱਧੇ ਲਫ਼ਜ਼ਾਂ ਦੇ ਵਿੱਚ ਆਸ਼ਕੀ ਤੋਂ ਛੁੱਟ ਕੋਈ ਦੂਸਰੀ ਕਾਰਜਸ਼ੈਲੀ ਨਹੀਂ ਹੁੰਦੀ। ਇਸੇ ਕਰਕੇ ਸਮਾਜ ਦੇ ਵਿੱਚ ਹੈ ਨਾ, ਅੱਜ ਜੋ ਆਪਾਂ ਦੇਖਦੇ ਹਾਂ ਜਿਹੜੀ ਅਸ਼ਲੀਲਤਾ ਵੱਧਦੀ ਹੈਗੀ ਆ, ਉਹਦਾ ਮੇਨ ਕਾਰਨ ਇਹ ਆ ਕਿ ਇਸ ਨੂੰ ਮਰਦ ਦੇਖਣਾ ਪਸੰਦ ਕਰਦੇ ਆ। ਇਸ ਕਰਕੇ ਜਿੱਥੇ ਅਸ਼ਲੀਲਤਾ ਹੁੰਦੀ ਆ, ਉੱਥੇ ਬੀਬੀਆਂ ਵੀ ਜਿਹੜੀਆਂ ਹਨ ਉਹ ਪਿੱਛੇ ਹਟਣ ਦਾ ਨਾਮ ਨਹੀਂ ਲੈਂਦੀਆਂ। ਭਾਵ ਕਿ ਆਪਣੀ ਵਡਿਆਈ ਦੀ ਜਿਹੜੀ ਹਉਮੈ ਹੈ ਉਸ ਨੂੰ ਵਧਾਉਣ ਦੇ ਵਿੱਚ ਕਿਵੇਂ ਹੱਦ ਬੰਨੇ ਟੱਪ ਕੇ ਆਪਣੀਆਂ ਜਿਹੜੀਆਂ ਇਹ ਨੰਗੇਜ਼ ਫਿਲਮਾਂ ਹੈਗੀਆਂ, ਇਹਨਾਂ ਦਾ ਅੱਜ ਧੜਾਧੜ ਪ੍ਰਦਰਸ਼ਨ ਹੁੰਦਾ ਹੈਗਾ। ਪਰ ਜ਼ਰੂਰੀ ਆ ਕਿ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈਗਾ। ਅਗਰ ਇਸ ਨੂੰ ਆਪਾਂ ਰੋਕਾਂਗੇ ਨਹੀਂ, ਸਮਾਂ ਆਊਗਾ ਜਦੋਂ ਭਾਰਤ ਵਰਸ਼ ਦੀ ਜਿਹੜੀ ਇੱਕ ਪੁਰਾਣੀ ਜੋ ਸਮਾਜਿਕ ਪ੍ਰਣਾਲੀ ਆ, ਉਹ ਅੰਦਰੋਂ ਅੰਦਰ ਹੀ ਖੋਖਲੀ ਹੋ ਜਾਊਗੀ, ਅਤੇ ਇਹ ਮੁਲਕ ਜਿਹੜਾ ਹੈ ਨਾ, ਜਿਹੜਾ ਕਿਸੇ ਟਾਈਮ ਬਾਹਰੀ ਤਾਕਤਾਂ ਦੇ ਗੁਲਾਮ ਰਿਹਾ, ਮੁਗਲਾਂ ਦੇ 1200 ਸਾਲ ਗੁਲਾਮ ਰਿਹਾ, ਸਮਾਂ ਆਏ ਕਿ ਇਹ ਮੁੜ ਕੇ ਫਿਰ ਗੁਲਾਮੀ ਵੱਲ ਨੂੰ ਹੀ ਵੱਧਦਾ ਜਾ ਰਿਹਾ ਹੈਗਾ। ਇਸ ਕਰਕੇ ਜ਼ਰੂਰੀ ਆ ਕਿ ਧਾਰਮਿਕ ਗ੍ਰੰਥਾਂ ਦੇ ਵਿੱਚ ਜੋ ਵਡਿਆਈ ਜਾਂ ਜੋ ਸ਼ਾਨੋ ਸ਼ੌਕਤ ਇਸ ਇਸਤਰੀਆਂ ਵਾਸਤੇ ਦਿੱਤੀ ਗਈ ਆ, ਉਸ ਨੂੰ ਬਰਕਰਾਰ ਰੱਖਣ ਦੀ ਲੋੜ ਹੈਗੀ ਆ। ਪਰ ਜੋ ਕਿ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਬੀਬੀਆਂ ਇਸ ਗੱਲ ਦਾ ਖਾਸ ਖਿਆਲ ਰੱਖਦੀਆਂ ਹੈਗੀਆਂ, ਅਸਲ ਦੇ ਵਿੱਚ ਉਹਨਾਂ ਦੀ ਜਿਹੜੀ ਅਗਲੀ ਸੰਤਾਨ ਹੈ, ਉਹ ਸੰਤਾਨ ਜਿਹੜੀ ਆ ਸੂਰਬੀਰਾਂ ਦੀ ਸੰਤਾਨ ਕਹਾਉਂਦੀ ਆ। ਪਰ ਆਮ ਤੌਰ 'ਤੇ ਅਗਰ ਅਸੀਂ ਇਸ ਨੂੰ ਦੂਸਰੇ ਲਫ਼ਜ਼ਾਂ ਦੇ ਵਿੱਚ ਸੈਕਸ ਜਾਂ ਗਲਤ ਗਾਈਡੈਂਸ ਵੱਲ ਲੈ ਕੇ ਜਾਈਏ, ਫਿਰ ਇਹ ਚੀਜ਼ ਜਿਹੜੀ ਆ ਬੜੀ ਘਾਤਕ ਹੈਗੀ ਆ, ਬੜੀ ਜ਼ਹਿਰ ਹੈਗੀ ਆ। ਇਸੇ ਕਰਕੇ ਸਾਨੂੰ ਮਹਾਂਪੁਰਖਾਂ ਨੇ ਆਖਿਆ ਹੈਗਾ ਕਿ ਭਾਈ ਆਪਣੀ ਜਿਹੜੀ ਹੈ ਨਾ ਬਚਪਨ ਦੀ ਨੀਂਹ ਹੈਗੀ ਆ, ਇਸ ਨੂੰ ਮਜ਼ਬੂਤ ਕਰੋ। ਮਜ਼ਬੂਤ ਤਾਂ ਹੀ ਹੋਊਗੀ ਜੇ ਅਸੀਂ ਧਰਮ ਦੇ ਜਿੰਨੇ ਵੀ ਕਿਰਦਾਰ ਹੈ ਜਾਂ ਧਰਮ ਦੇ ਜਿੰਨੇ ਵੀ ਗੁਣ ਹੈਗੇ ਜਾਂ ਜੋ ਵੀ ਮਰਜ਼ਾਦਾ ਹੈਗੀ, ਉਹਨਾਂ ਮਰਜ਼ਾਦਾ ਦੇ ਵਿੱਚ ਰਹਿ ਕੇ ਆਪਣਾ ਜੀਵਨ ਨੂੰ ਪਾਲੀਏ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਅਜੋਕੇ ਸਮੇਂ ਦੇ ਵਿੱਚ ਕੁਛ ਐਸੇ ਤੱਤਵ ਸਾਡੇ ਅੰਦਰ ਜਿਹੜੇ ਉਹ ਆ ਗਏ ਆ, ਜਿਨ੍ਹਾਂ ਨੂੰ ਅਸੀਂ ਬੜੇ ਹੀ ਗੌਰ ਅਤੇ ਫ਼ਕਰ ਦੇ ਨਾਲ ਉਹਨਾਂ ਨੂੰ ਆਪਣੇ ਸਮਾਜ ਦੇ ਵਿੱਚ ਜਗ੍ਹਾ ਦੇ ਰਹੇ ਹਾਂ, ਪਰ ਅਸਲ ਦੇ ਵਿੱਚ ਇਹ ਸਾਰਾ ਬਰਬਾਦੀ ਦਾ ਕਾਰਨ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਅੱਗੇ ਵਿਆਹ ਜਾਂ ਆਨੰਦ ਕਾਰਜਾਂ ਦੇ ਸਮੇਂ ਜਿਹੜੇ ਪਿਛਲੇ ਜੋ ਕਾਰਜ ਹੁੰਦੇ ਸੀਗੇ, ਉਹਨਾਂ ਦੇ ਵਿੱਚ ਬੜੀ ਸਾਦਗੀ ਸੀ, ਬੜਾ ਪੜਦਾ ਸੀ, ਇਹ ਸਾਰੀਆਂ ਗੱਲਾਂ ਦਾ ਬੜਾ ਧਿਆਨ ਰੱਖਿਆ ਜਾਂਦਾ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਘਰ ਐਸੇ ਦੇਖੇ ਜਾਂਦੇ ਆ ਜਿਨ੍ਹਾਂ ਦੇ ਵਿੱਚ ਜਿਹੜੇ ਰਿਵਾਜ ਉਹ ਬਦਲੇ ਗਏ ਆ। ਜਿਵੇਂ ਰਿੰਗ ਸੈਰਾਮਨੀ ਦੇ ਨਾਂ ਦੇ ਉੱਤੇ ਜੋ ਰਸਮ ਬਣਾਈ ਗਈ ਆ, ਉਹਦੇ ਵਿੱਚ ਅਸੀਂ ਦੇਖਦੇ ਕਿ ਇਸ ਤੋਂ ਬਾਅਦ ਜਿਸ ਬੀਬੀ ਦੀ ਰਿੰਗ ਸੈਰਾਮਨੀ ਹੁੰਦੀ ਆ, ਉਹ ਸਹੁਰਿਆਂ ਦੇ ਪਰਿਵਾਰ ਦੇ ਵਿੱਚ ਵਿਆਹ ਤੋਂ ਪਹਿਲਾਂ ਹੀ ਚਲੀ ਜਾਂਦੀ ਆ। ਸੋ ਇਹੋ ਜਿਹੇ ਜਿਹੜੇ ਪਰਿਵਾਰ ਹੁੰਦੇ ਆ, ਫਿਰ ਜਦੋਂ ਮਹਾਤਮਾ ਦੇ ਪਾਸ ਆਉਂਦੇ ਆ ਤਾਂ ਉਹਨਾਂ ਨੂੰ ਬੜੇ ਫ਼ਕਰ ਨਾਲ ਦੱਸਦੇ ਜੀ, ਆਹ ਸਾਡੀ ਜਿਹੜੀ ਆ ਇਹ ਆਉਣ ਵਾਲੀ ਘਰ ਦੇ ਵਿੱਚ ਬਹੂ ਆ, ਇਹਨੂੰ ਅਸੀਸ ਦੇ ਦਿਓ।
ਦੇਖੋ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਹੁੰਦਾ ਹੈ। ਅੱਜ ਕੱਲ੍ਹ ਕੱਚੇ ਵਿਆਹਾਂ ਦੀ ਬੜੀ ਭਰਮਾਰ ਚੱਲ ਰਹੀ ਆ। ਆਪਣੇ ਸਵਾਰਥ ਨੂੰ ਸਿੱਧ ਕਰਨ ਵਾਸਤੇ ਕਈ ਤਰ੍ਹਾਂ ਦੇ ਜਿਹੜੇ ਉਹ ਯਤਨ ਹੋ ਰਹੇ ਆ, ਪਰ ਇਹ ਸਾਰੀਆਂ ਗੱਲਾਂ ਧਰਮ ਦੇ ਉਲਟ ਹੈਗੀਆਂ। ਜਦੋਂ ਬੰਦਾ ਧਰਮ ਤੋਂ ਉਲਟ ਹੋ ਕੇ ਆਪਣੀ ਚੋਚਲਾਕੀ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰੇ, ਕਹਿੰਦੇ ਫਿਰ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ। ਅਗਰ ਅੱਗੇ ਵਧਣਾ ਹੈ ਤਾਂ ਸਾਨੂੰ ਗੁਰਮਤਿ ਦੇ ਮਾਰਗ ਦੇ ਪੰਥੀ ਬਣਨਾ ਪੈਣਾ ਹੈਗਾ। ਅਗਰ ਗੁਰਮਤਿ ਦੇ ਮਾਰਗ ਦੇ ਪੰਥੀ ਬਣਾਂਗੇ ਤਾਂ ਫਿਰ ਹੀ ਪਰਮੇਸ਼ਰ ਜਿਹੜਾ ਹੈ ਉਹ ਸਾਡੀ ਬੈਕ ਦੇ ਪਿੱਛੇ ਉਹ ਸ਼ਕਤੀ ਸਾਡੇ ਕਾਰਜ ਸਵਾਰਦੀ ਆ, ਜਿਸ ਨੂੰ ਗੁਰਬਾਣੀ 'ਚ ਆਖਿਆ ਹੈ ਕਿ ਐਸੀ ਲਾਲ ਤੁਧ ਬਿਨ ਕੌਣ ਕਰੇ, ਗਰੀਬ ਨਿਵਾਜ ਗਸਾਈਆਂ ਮੇਰਾ ਮਾਥੇ ਛਤਰ ਤਰੇ। ਉਹ ਛਤਰ ਤਾਂ ਹੀ ਧਰਿਆ ਜਾ ਸਕਦਾ ਹੈਗਾ ਅਗਰ ਅਸੀਂ ਧਰਮ ਦੇ ਸਹੀ ਮਾਰਗ 'ਤੇ ਚੱਲੀਏ। ਇਸ ਕਰਕੇ ਜੋ ਕਿ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸਤਰੀਆਂ ਨੂੰ ਵਿਗਾੜਨ ਦੇ ਪਿੱਛੇ ਮਰਦਾਂ ਦਾ ਜਿਹੜਾ ਹੈਗਾ ਉਹ 100 ਨਹੀਂ 110% ਹੱਥ ਹੈਗਾ। ਜਿਵੇਂ ਇੱਕ ਸ਼ਾਦੀ ਦੇ ਵਿੱਚ ਮਹਾਤਮਾ ਦੱਸਦੇ ਸੀਗੇ ਕਿ ਇੱਕ ਲੜਕੀ ਜਿਹੜੀ ਭਗਤੀ ਦੇ ਗੁਣਾਂ ਦੇ ਨਾਲ ਭਰਪੂਰ ਸੀ, ਉਸ ਦੀ ਵਿਆਹ ਜਿਹੜਾ ਸ਼ਾਦੀ ਸੀ ਕਿਸੇ ਉੱਚੇ ਘਰ ਕੀਤੀ ਗਈ, ਪਰ ਜਿਹੜੇ ਉਹ ਘਰ ਦਾ ਪਰਿਵਾਰ ਸੀਗਾ ਉਸ ਦਾ ਘਰ ਵਾਲਾ ਉਸ ਲੜਕੀ ਨੂੰ ਕਿਸੇ ਵੱਡੇ ਹੋਟਲ ਦੇ ਵਿੱਚ ਲੈ ਗਿਆ ਅਤੇ ਉੱਥੇ ਜਾ ਕੇ ਉਹਨੂੰ ਮਜਬੂਰ ਕੀਤਾ ਕਿ ਉਹ ਡਾਂਸ ਕਰੇ ਅਤੇ ਇਸ ਤਰ੍ਹਾਂ ਦਾ ਜੋ ਖਾਣਾ ਹੈਗਾ ਜਿਹੜਾ ਰਾਕਸ਼ੀ ਖਾਣਾ ਹੁੰਦਾ ਹੈ ਉਸ ਨੂੰ ਖਾਵੇ। ਪਰ ਉਹ ਬੀਬੀ ਨੇ ਜਦੋਂ ਬਿਲਕੁਲ ਇਹ ਚੀਜ਼ਾਂ ਕਰਨ ਤੋਂ ਮਨਾ ਕਰ ਦਿੱਤਾ ਸੀ, ਫਿਰ ਉਹਦੇ ਘਰ ਵਾਲੇ ਨੇ ਉਸ ਨੂੰ ਕਿਸ ਤਰ੍ਹਾਂ ਟੌਰਚ ਕੀਤਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈ ਨਾ ਆਮ ਸਮਾਜ ਦੇ ਵਿੱਚ ਸਾਹਮਣੇ ਆ ਜਾਂਦੀਆਂ ਹੈ। ਇਹ ਚੀਜ਼ਾਂ ਜਿਹੜੀਆਂ ਹੈ ਇਹ ਘਾਤਕ ਹੈਗੀਆਂ। ਇਸ ਕਰਕੇ ਜ਼ਰੂਰੀ ਆ ਭਾਈ ਕਿ ਅਗਰ ਅਸੀਂ ਆਪਣੇ ਸਮਾਜ ਨੂੰ ਵਧੀਆ ਢੰਗ ਦੇ ਨਾਲ ਸਿਰਜਣਾ ਹੈਗਾ, ਉੱਚੀਆਂ ਬੁਲੰਦੀਆਂ 'ਚ ਪਹੁੰਚਣਾ ਹੈਗਾ, ਤਾਂ ਸਾਡੀਆਂ ਬੱਚੀਆਂ ਜਿਹੜੀਆਂ ਹੈ ਉਹ ਗੁਣਾਂ ਦੇ ਧਾਰਨੀ ਹੋਣੀਆਂ ਚਾਹੀਦੀਆਂ ਹੈਗਾ। ਧਰਮ ਦਾ ਪ੍ਰਭਾਵ ਉਹਨਾਂ ਦੇ ਅੰਦਰ ਰੋਮ ਰੋਮ ਦੇ ਵਿੱਚ ਭਰਿਆ ਹੋਣਾ ਚਾਹੀਦਾ। ਧਰਮ ਦੇ ਕਾਇਦੇ ਕਾਨੂੰਨ 'ਤੇ ਉਹ ਬੱਚੀਆਂ ਚੱਲਣੀਆਂ ਚਾਹੀਦੀਆਂ ਹੈ। ਅਗਰ ਇਹੋ ਜਿਹੇ ਜਿਹੜੇ ਬੱਚੇ ਹੈਗੇ ਆ, ਅਗਰ ਉਹ ਧਾਰਮਿਕ ਸਿੱਖਿਆ ਦੇ ਵਿੱਚ ਅੱਗੇ ਆਉਣਗੇ ਅਤੇ ਇਸ ਬ੍ਰਹਿਮੰਡ ਵਿੱਚ ਅਨੇਕਾਂ ਉੱਚੀਆਂ ਜਿਹੜੀਆਂ ਤਰਸਦੀਆਂ ਹੋਈਆਂ ਰੂਹਾਂ ਹੈਗੀਆਂ, ਜਿਹੜੀਆਂ ਦੁਬਾਰਾ ਜਨਮ ਲੈ ਕੇ ਇਸ ਧਰਤੀ ਨੂੰ ਸੱਚਖੰਡ ਬਣਾਉਣੀਆਂ ਚਾਹੁੰਦੀਆਂ ਹੈਗੀਆਂ, ਉਹਨਾਂ ਦੇ ਫਿਰ ਜਨਮ ਲੈਣ ਵਾਸਤੇ ਇਹੋ ਜਿਹੀਆਂ ਜਿਹੜੀਆਂ ਬੱਚੀਆਂ ਦੀਆਂ ਕੁੱਖਾਂ ਤਿਆਰ ਹੋ ਜਾਣਗੀਆਂ। ਸੋ ਵੱਡੇ ਵੱਡੇ ਮਹਾਤਮਾ ਜਿਹੜੇ ਕਿਸੇ ਖਾਸ ਕਾਰਜ ਵਾਸਤੇ ਰੁਕੇ ਹੋਏ ਆ, ਕਿਉਂਕਿ ਉਹਨਾਂ ਨੂੰ ਉਹ ਮਾਂ ਨਹੀਂ ਮਿਲਦੀ ਜਿਸ ਮਾਂ ਦੇ ਗਰਭ ਦੇ ਵਿੱਚ ਇਹੋ ਜਿਹੀਆਂ ਰੂਹਾਂ ਜਿਹੜੀਆਂ ਉਹ ਆਪਣਾ ਜਨਮ ਲੈ ਸਕਣ। ਇਸ ਕਰਕੇ ਜ਼ਰੂਰੀ ਆ ਭਾਈ ਕਿ ਆਪਣੇ ਆਪ ਨੂੰ ਸੰਭਾਲੀਏ। ਅਗਰ ਅਸੀਂ ਬੱਚਿਆਂ ਨੂੰ ਸਹੀ ਸਿੱਖਿਆ ਦਈਏ ਤਾਂ ਬੱਚਿਆਂ ਦਾ ਵੀ ਫਰਜ਼ ਹੈ ਕੋਈ ਸਹੀ ਸਿੱਖਿਆ ਗ੍ਰਹਿਣ ਕਰਨ। ਅਗਰ ਉਹਨਾਂ ਨੂੰ ਕੋਈ ਉਲਟ ਸਿੱਖਿਆ ਦਿੰਦਾ ਹੈ ਤਾਂ ਉਸ ਦਾ ਉਹ ਡਟ ਕੇ ਵਿਰੋਧ ਕਰਨ ਵਿੱਚ ਅੱਗੇ ਆਉਣਗੀਆਂ, ਤਾਂ ਫਿਰ ਜਿਹੜਾ ਸਮਾਜ ਵਾ ਇਹ ਬਹੁਤ ਹੀ ਸੁਨਹਿਰੀ ਭਵਿੱਖ ਦੇ ਵਿੱਚ ਬਦਲਿਆ ਜਾ ਸਕਦਾ ਹੈਗਾ। ਦੇਖੋ ਕੋਈ ਸਮਾਂ ਹੁੰਦਾ ਸੀਗਾ ਜਿਸ ਸਮੇਂ ਦੇ ਵਿੱਚ ਕ੍ਰਿਸ਼ਨ ਭਗਵਾਨ ਆਪ ਖੁਦ ਰੂਹਾਨੀਅਤ ਰੂਪ ਦੇ ਵਿੱਚ ਗੁਪਤ ਰਹਿ ਕੇ ਦ੍ਰੋਪਦੀ ਦੀ ਲਾਜਪਤ ਭਰੀ ਸਭਾ ਦੇ ਵਿੱਚ ਰੱਖਦੇ ਆ। ਪਰ ਅੱਜ ਜਿਸ ਦੀ ਲਾਜਪਤ ਭਰੀ ਸਭਾ ਦੇ ਵਿੱਚ ਰੱਖੀ ਜਾਂਦੀ ਆ, ਅੱਜ ਉਹੋ ਹੀ ਅਗਰ ਨਾਰੀ ਆਪਣੇ ਜਿਹੜੇ ਵਸਤਰ ਹੈਗੇ ਆ ਉਹ ਭਰੀ ਸਭਾ ਦੇ ਵਿੱਚ ਪ੍ਰਦਰਸ਼ਨ ਕਰੇ ਤਾਂ ਦੇਖੋ ਫਿਰ ਇੱਥੇ ਕ੍ਰਿਸ਼ਨ ਭਗਵਾਨ ਮਹਾਰਾਜ ਕੀ ਸੋਚਦੇ ਹੋਣਗੇ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਸਮਾਂ ਜਿਹੜਾ ਹੈ ਨਾ ਬਿਲਕੁਲ ਉਲਟ ਹੈਗਾ। ਇਸ ਨੂੰ ਉਲਟ ਕਰਨ ਦੇ ਵਿੱਚ ਮਰਦਾਂ ਦਾ ਵਿਸ਼ੇਸ਼ ਤੌਰ 'ਤੇ ਹੱਥ ਹੈਗਾ। ਸੋ ਇਹੋ ਜਿਹੀਆਂ ਜਿਹੜੀਆਂ ਤਾਕਤਾਂ ਹੈਗਾ ਉਹ ਸਾਡੇ ਮੁਲਕ ਨੂੰ ਕਮਜ਼ੋਰ ਕਰਨ ਵਾਸਤੇ ਸਦਾ ਤਤਪਰ ਰਹਿੰਦੀਆਂ ਹੈਗੀਆਂ। ਸੋ ਜ਼ਰੂਰੀ ਆ ਕਿ ਇਹਨਾਂ ਤੋਂ ਬਚਣ ਦੇ ਵਾਸਤੇ ਸਾਨੂੰ ਉਹ ਉਪਾਅ ਕਰਨੇ ਚਾਹੀਦੇ ਆ ਕਿ ਜਿਸ ਦੇ ਨਾਲ ਸਾਡਾ ਜਿਹੜਾ ਸਮਾਜ ਉਹ ਵਧੀਆ ਢੰਗ ਦਾ ਹੋ ਸਕੇ, ਬੱਚਿਆਂ ਦਾ ਕਿਰਦਾਰ ਉੱਚਾ ਹੋ ਸਕੇ, ਸੋ ਉਹਨਾਂ ਦੀ ਜਿਹੜੀ ਸੋਚਣ ਕਿਰਿਆ ਹੈਗੀ ਉੱਚੀ ਹੋ ਸਕੇ। ਇਸ ਕਰਕੇ ਸਾਨੂੰ ਖਾਸ ਕਰਕੇ ਉਹ ਫਿਲਮਾਂ ਇਸ ਜਗਤ ਦੇ ਵਿੱਚ ਦਿਖਾਉਣੀਆਂ ਚਾਹੀਦੀਆਂ ਜਿਹਦੇ ਵਿੱਚ ਕਿਰਦਾਰ ਉੱਚਾ ਹੋਵੇ। ਔਰ ਖਾਸ ਕਰਕੇ ਅੱਜ ਜਿਵੇਂ ਚਾਈਨਾ ਮੁਲਕ ਹੈਗਾ, ਉਸ ਦੀ ਇੱਕ ਵਿਸ਼ੇਸ਼ਤਾ ਇਹ ਹੈਗੀ ਆ ਕਿ ਉਹ ਆਪਣੇ ਮੁਲਕ ਦੀ ਤਰੱਕੀ ਦੇ ਵਾਸਤੇ ਸਭ ਤੋਂ ਵੱਧ ਯੋਗਦਾਨ ਆਪਣੇ ਨੌਜਵਾਨ ਬੱਚਿਆਂ ਦੇ ਮੰਨਦੇ ਆ। ਸੋ ਇਹੋ ਜਿਹੇ ਮੁਲਕ ਨੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਸੁੰਦਰ ਕਿਰਦਾਰ ਦਿੱਤੇ ਆ ਕਿ ਉਹ ਬੱਚਿਆਂ ਦੇ ਦਿਮਾਗ ਦੇ ਵਿੱਚ ਹਮੇਸ਼ਾ ਆਪਣੇ ਮੁਲਕ ਨੂੰ ਉੱਚਾ ਚੁੱਕਣ ਵਾਸਤੇ ਅੰਦਰੋਂ ਨਵੀਆਂ ਤੋਂ ਨਵੀਆਂ ਯੋਜਨਾਵਾਂ ਸਕੀਮਾਂ ਕਿਸ ਤਰ੍ਹਾਂ ਜਿਹੜੀਆਂ ਹੈ ਉਹ ਮੁਲਕ ਨੂੰ ਉੱਚਾ ਚੱਕਣ ਵਾਸਤੇ ਹੋਣੀਆਂ ਚਾਹੀਦੀਆਂ ਹੈ। ਉਹਦੇ ਉੱਤੇ ਆਪਣਾ ਜਿਹੜਾ ਬ੍ਰੇਨ ਦੀ ਸੋਚ ਹੈਗੀ ਉਸ ਨੂੰ ਉਹ ਇਸਤੇਮਾਲ ਕਰਦੇ ਆ। ਪਰ ਸਾਡੀ ਜਿਹੜੀ ਬੱਚਿਆਂ ਦੀ ਸੋਚ ਹੈਗੀ ਆ, ਇਹ ਸੋਚ ਨੂੰ ਥੱਲੇ ਕਰਾਉਣ ਵਾਸਤੇ ਕੁਛ ਐਸੇ ਪ੍ਰਦਰਸ਼ਨ, ਕੁਛ ਐਸੀਆਂ ਫਿਲਮਾਂ ਸਾਡੇ ਵਿੱਚ ਆ ਜਾਂਦੀਆਂ ਹੈ ਜਿਸ ਨੂੰ ਦੇਖ ਕੇ ਬੱਚਿਆਂ ਦੀ ਜਿਹੜੀ ਸੋਚ ਹੈਗੀ ਉਹਦਾ ਜਿਹੜਾ ਵਿਕਾਸ ਆ ਪੂਰੀ ਤਰ੍ਹਾਂ ਰੁਕ ਜਾਂਦਾ ਹੈਗਾ। ਜਿਹੜੀ ਸੋਚ
ਉੱਪਰ ਨੂੰ ਚੜ੍ਹਦੀ ਕਲਾ ਦੀ ਹੋਣੀ ਚਾਹੀਦੀ ਸੀ, ਉਹ ਤਾਂ ਮੁਖੀ ਹੋਣੀ ਚਾਹੀਦੀ ਸੀ, ਉਹ ਹਮੇਸ਼ਾ ਥੱਲੇ ਨੂੰ ਜਾ ਰਹੀ ਆ। ਇਸ ਕਰਕੇ ਅੱਜ ਕੱਲ੍ਹ ਜਿਹੜੇ ਨੌਜਵਾਨ ਬੱਚੇ ਬੱਚੀਆਂ ਹੈ, ਇਹਨਾਂ ਦੇ ਮੋਬਾਇਲਾਂ ਦੇ ਵਿੱਚ ਕੇਵਲ ਅਤੇ ਕੇਵਲ ਸਿਰਫ ਆਸ਼ਕੀ ਦੀਆਂ ਗੱਲਾਂ ਜਾਂ ਕੁਛ ਹੋਰ ਹੁੰਦਾ ਹੈ। ਉਹਨਾਂ ਦੇ ਵਿੱਚ ਨਾ ਤਾਂ ਭਜਨ ਸਿਮਰਨ ਦੀ ਕੋਈ ਕਥਾ ਦੀ ਵਿਚਾਰ ਚੱਲਦੀ ਆ, ਨਾ ਕੁਛ ਹੋਰ ਹੁੰਦਾ ਹੈਗਾ। ਇਸੇ ਕਰਕੇ ਆਪਾਂ ਅਖਬਾਰਾਂ ਦੇ ਵਿੱਚ ਇਹ ਗੱਲਾਂ ਸੁਰਖੀਆਂ 'ਚ ਦੇਖਦੇ ਹਾਂ ਕਿ ਕਿਵੇਂ ਜਿਹੜੇ ਇੱਕ ਗਰੁੱਪ ਦੂਸਰੇ ਗਰੁੱਪ ਦੇ ਨਾਲ ਲੜਦੇ ਆ, ਅਤੇ ਇਹਨਾਂ ਲੜਕਿਆਂ ਦੀਆਂ ਲੜਾਈਆਂ ਦੇ ਪਿੱਛੇ ਕੇਵਲ ਅਤੇ ਕੇਵਲ ਇੱਕ ਕਾਰਨ ਵੱਡਾ ਮੰਨਿਆ ਜਾਂਦਾ, ਉਹ ਹੁੰਦੀ ਹੈ ਕੋਈ ਐਸੀ ਗੈਰ ਲੜਕੀ। ਸੋ ਕਹਿਣ ਤੋਂ ਭਾਵ ਇਹ ਆ ਕਿ ਅਗਰ ਸਹੀ ਸਮਾਜ ਆਪਾਂ ਸਿਰਜੀਏ, ਸੋ ਇਹ ਜਿਹੜੀ ਜ਼ਿੰਮੇਵਾਰੀ ਹੈਗੀ ਹੈ, ਇਹ ਕੇਵਲ ਧਾਰਮਿਕ ਪ੍ਰਚਾਰਕਾਂ ਦੀ ਵੀ ਜਿਹੜੀ ਨਹੀਂ ਹੈ, ਇਹ ਉਹਨਾਂ ਬੰਦਿਆਂ ਦੀ ਆ ਜਿਹੜਾ ਬੰਦਿਆਂ ਨੂੰ ਇੰਨੀ ਤਾਂ ਸੋਚ ਹੋਣੀ ਚਾਹੀਦੀ ਆ ਕਿ ਇਹ ਜਿਹੜੀ ਜੂਨ ਸਾਨੂੰ ਮਿਲੀ ਹੈ 84 ਲੱਖ ਜੂਨਾਂ ਤੋਂ ਬਾਅਦ ਪ੍ਰਾਪਤ ਹੋਈ ਆ। ਅਗਰ ਇਸੇ ਜੂਨ ਨੂੰ ਅਸੀਂ ਸਹੀ ਦਿਸ਼ਾ ਦੇ ਵਿੱਚ ਲੈ ਜਾਈਏ ਤਾਂ ਫਿਰ ਅਸੀਂ ਆਪਣਾ ਭਵਿੱਖ ਉਜਲਾ ਕਰ ਸਕਦੇ ਹਾਂ। ਜੋ ਬਣਨਾ ਚਾਹੇ ਬਣ ਸਕਦੇ ਹਾਂ, ਜੋ ਕਰਨਾ ਚਾਹੇ ਕਰ ਸਕਦੇ ਹਾਂ। ਵਾਹਿਗੁਰੂ ਸਾਡੀ ਬੈਕਗਰਾਊਂਡ ਦੇ ਵਿੱਚ ਆ ਕੇ ਸਾਡੀ ਸਹਾਇਤਾ ਕਰਦਾ ਹੈਗਾ। ਸੋ ਗੁਰਬਾਣੀ ਨੇ ਇਸੇ ਕਰਕੇ ਆਖਿਆ ਹੈ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਕਿ ਜਿਹੜੇ ਸੱਚ ਦੇ ਮਾਰਗ 'ਤੇ ਚੱਲਦੇ ਆ ਉਹਨਾਂ ਦੀ ਜਿਹੜੀ ਜਹਾਨ ਹੈਗੀ ਸੋਭਾ, ਉਹਦੀ ਉਸਤਤ ਹੀ ਕਰਦਾ ਹੈਗਾ। ਇਸ ਕਰਕੇ ਬੀਬੀਆਂ ਦੇ ਅੰਦਰ ਇੱਕ ਖਾਸ ਗੁਣ ਹੁੰਦਾ ਹੈ, ਉਹ ਗੁਣ ਹੁੰਦਾ ਹੈ ਦਇਆ ਦਾ। ਸੋ ਇਹ ਜਿਹੜੀ ਦਇਆ ਹੈਗੀ ਆ, ਇਸ ਦਇਆ ਨੂੰ ਇਸਤਰੀ ਜਾਤੀ ਦੇ ਅੰਦਰ ਅਗਰ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਇਹੀ ਦਇਆ ਜਿਹੜੀ ਆ ਉਹ ਕਈ ਅਣਗਿਣਤ ਆਦਮੀਆਂ ਦੇ ਜੀਵਨ ਨੂੰ ਉੱਚਾ ਚੱਕਣ ਦੇ ਵਿੱਚ ਆਪਣੀ ਸਿੱਧੇ ਤੌਰ 'ਤੇ ਹਿੱਸਾ ਪਾ ਸਕਦੀ ਆ। ਜਿਵੇਂ ਮਹਾਂਪੁਰਖ ਦੱਸਦੇ ਸੀ ਕਿ ਇੱਕ ਵਾਰ ਇੱਕ ਕਾਲ ਪਿਆ ਸੀ, ਉਸ ਕਾਲ ਦੇ ਵਿੱਚ ਇੱਕ ਕਿਸੇ ਪ੍ਰਚਾਰਕ ਦੀ ਜਿਹੜੀ ਘਰ ਵਾਲੀ ਸੀ ਉਹ ਸਤੀ ਸਵਿਤਰੀ ਸੀਗੀ, ਪਰ ਉਸ ਕਾਲ ਦੇ ਵਿੱਚ ਜਿਹੜੇ ਆਦਮੀ ਭੁੱਖੇ ਮਾਰ ਰਹੇ ਸੀ, ਜਦੋਂ ਉਹਨੂੰ ਦੱਸਿਆ ਗਿਆ ਕਿ ਤੁਸੀਂ ਉਸ ਬੀਬੀ ਦੇ ਪਾਸ ਚੱਲ ਜਾਓ, ਤੁਹਾਡੀ ਜ਼ਰੂਰ ਸਹਾਇਤਾ ਕਰੂਗੀ। ਪਰ ਦੇਖੋ ਸਤੀ ਸਵਿਤਰੀ ਨੇ ਉਸ ਟਾਈਮ ਕਾਲ ਦੇ ਦੌਰਾਨ ਕਿਵੇਂ ਆਪਣੇ ਘਰ ਦੇ ਵਿੱਚ ਪਏ ਹੋਏ ਜਿਹੜੇ ਅਨਾਜ ਦੇ ਭੰਡਾਰ ਸੀਗੇ ਉਹ ਖੋਲ੍ਹ ਦਿੱਤੇ ਸੀਗੇ, ਅਤੇ ਉਸ ਖੋਲ੍ਹਣ ਦੇ ਨਾਲ ਸੈਂਕੜੇ ਬੰਦਿਆਂ ਦੀ ਜਾਨ ਬਚ ਗਈ ਸੀ। ਪਰ ਜਦੋਂ ਉਸ ਦੇ ਇਸ ਵਤੀਰੇ ਦਾ ਉਸ ਦਾ ਘਰ ਵਾਲੇ ਨੂੰ ਪਤਾ ਲੱਗਾ ਸੀਗਾ, ਅਤੇ ਉਹਦਾ ਘਰ ਵਾਲਾ ਜਿਹੜਾ ਸੀਗਾ ਉਹ ਭਾਵੇਂ ਧਾਰਮਿਕ ਬਿਰਤੀ ਵਾਲਾ ਪੁਰਖ ਸੀਗਾ, ਪਰ ਉਹ ਉਹਨਾਂ ਉੱਚਾ ਨਹੀਂ ਉੱਠ ਸਕਿਆ ਆਪਣੇ ਜੀਵਨ ਦੇ ਵਿੱਚ ਜਿੰਨੀ ਉਹਦੀ ਇਸਤਰੀ ਉੱਠੀ ਸੀ। ਇਸ ਕਰਕੇ ਉਸ ਦੇ ਹੀ ਘਰ ਵਾਲੇ ਨੇ ਉਹ ਆਪਣੀ ਇਸਤਰੀ 'ਤੇ ਕ੍ਰੋਧ ਕਰਕੇ ਉਸ ਨੂੰ ਇੰਨਾ ਮਾਰਿਆ ਸੀਗਾ ਕਿ ਮਾਰਨ ਤੋਂ ਬਾਅਦ ਉਹ ਇਸਤਰੀ ਜਿਹੜੀ ਸੀ ਬੇਹੋਸ਼ ਹੋ ਗਈ ਸੀ। ਜਦ ਬੇਹੋਸ਼ ਹੋ ਗਈ ਸੀ ਤਾਂ ਫਿਰ ਆਲੇ ਦੁਆਲੇ ਲੋਕਾਂ ਨੂੰ ਜਦ ਪਤਾ ਲੱਗਾ ਤਾਂ ਫਿਰ ਸਾਰੇ ਲੋਕਾਂ ਨੇ ਜਿਹੜਾ ਸੀ ਬਹੁਤ ਬੁਰਾ ਮਨਾਇਆ ਸੀ ਇਸ ਗੱਲ ਦਾ ਕਿ ਇਹ ਤੇਰੀ ਇਸਤਰੀ ਜਿਹੜੀ ਪਤੀਵਰਤਾ ਔਰਤ ਹੈਗੀ, ਇਹਨੇ ਘਰੋਂ ਦਾਨ ਦੇ ਕੇ ਹਜ਼ਾਰਾਂ ਸੈਂਕੜੇ ਬੰਦਿਆਂ ਦੀ ਜਾਨ ਬਚਾਤੀ, ਪਰ ਇਸ ਨੂੰ ਦਾਨ ਤੂੰ ਕਿਉਂ ਦਿੱਤਾ? ਐਸੇ ਦੋਸ਼ ਦੇ ਆਧਾਰ ਦੇ ਉੱਤੇ ਤੂੰ ਇਸ ਦਾ ਕੁੱਟ ਕੇ ਇਸ ਨੂੰ ਮੌਤ ਦੇ ਕੰਢੇ 'ਤੇ ਪਹੁੰਚਾ ਦਿੱਤਾ ਹੈ। ਪਰ ਉਸ ਤੋਂ ਬਾਅਦ ਜਦੋਂ ਉਹਨੂੰ ਅਹਿਸਾਸ ਹੋਇਆ, ਫਿਰ ਉਹਨੇ ਆਪਣੀ ਇਸਤਰੀ ਤੋਂ ਜਦੋਂ ਮਾफ़ੀ ਮੰਗਣ ਦੀ ਜਿਹੜੀ ਸੀ ਉਹ ਗੱਲ ਕੀਤੀ, ਤਾਂ ਫਿਰ ਉਹਦੀ ਇਸਤਰੀ ਨੇ ਮਰਨ ਦੇ ਟਾਈਮ ਇੰਨਾ ਆਖਿਆ ਸੀਗਾ ਕਿ ਤੁਸੀਂ ਇਹ ਗੱਲ ਨਾ ਕਰੋ, ਕਿਉਂਕਿ ਤੁਹਾਡੀ ਗੱਲ ਦਾ ਜਿਹੜਾ ਹੈਗਾ ਮੈਨੂੰ ਦੁੱਖ ਹੋਊਗਾ ਅਗਰ ਤੁਸੀਂ ਮੇਰੇ ਤੋਂ ਮਾफ़ੀ ਮੰਗੋਗੇ। ਪਰ ਕਿਉਂਕਿ ਮਰਨਾ ਤਾਂ ਮੈਂ ਹੈ ਹੀ ਆ, ਅੱਜ ਨਹੀਂ ਤਾਂ 10-20 ਸਾਲਾਂ ਨੂੰ ਮਰਨ ਵਾਲੀ ਹੋਊਂਗੀ, ਪਰ ਹੁਣ ਮੈਂ ਇਸ ਗੱਲੋਂ ਖੁਸ਼ ਹਾਂ ਕਿ ਮੈਂ ਹਜ਼ਾਰਾਂ ਬੰਦਿਆਂ ਦੀ ਇਸ ਭੁੱਖਮਰੀ ਤੋਂ ਜਾਨ ਬਚਾ ਕੇ ਖੁਸ਼ੀ ਰੱਬ ਦੇ ਘਰ ਜਾ ਰਹੀ ਹਾਂ। ਸੋ ਕਹਿਣ ਤੋਂ ਭਾਵ ਇਹ ਹੈ ਕਿ ਅਗਰ ਅਸੀਂ ਆਪਣੇ ਆਪ ਨੂੰ ਸਮਝੀਏ ਤਾਂ ਫਿਰ ਭਾਈ ਇਹ ਸਮਝਣ ਦੇ ਵਿੱਚ ਹੀ ਸਾਡਾ ਕਿਰਦਾਰ ਬਹੁਤ ਉੱਚਾ ਹੋ ਸਕਦਾ ਹੈਗਾ, ਅਤੇ ਅਸੀਂ ਲੋਕ ਅਤੇ ਪਰਲੋਕ ਦੋਨਾਂ ਨੂੰ ਸਹੇਲੇ ਬਣਾਉਣ ਦੇ ਕਾਬਲ ਹੋ ਸਕਦੇ ਹਾਂ। ਸੋ ਦਾਸ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।